ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਅਜਿਹੀ ਗੁਰਮੁਖ ਪਿਆਰੀ ਰੂਹ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਇੱਕ ਛਿਨ ਗੁਰੂ ਪਾਤਸ਼ਾਹ ਜੀ ਨੂੰ ਅਰਪਣ ਕੀਤਾ ਹੋਇਆ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਵਾਸ ਰੋਮ ਰੋਮ ਗੁਰੂ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਬਿਤਾਇਆ। ਨਾਮ ਬਾਣੀ ਦੇ ਵਿੱਚ ਆਪ ਇੰਨੇ ਕੁ ਅਭੇਦ ਹੋ ਚੁੱਕੇ ਸਨ, ਜਿਸ ਬਾਰੇ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਆਪ ਜੀ ਦੀ ਜ਼ਿੰਦਗੀ ਦੇ ਵਿੱਚ ਹਰੇਕ ਐਕਟ ਗੁਰਮਤਿ ਅਨੁਸਾਰ ਹੀ ਪ੍ਰਤੀਤ ਹੁੰਦਾ ਹੈ, ਕਿਉਂਕਿ ਆਪ ਜੀ ਨੇ ਆਪਣੇ ਜੀਵਨ ਨੂੰ ਆਪਣਾ ਸਮਝਿਆ ਹੀ ਨਹੀਂ, ਇਸ ਨੂੰ ਗੁਰੂ ਪਾਤਸ਼ਾਹ ਜੀ ਅੱਗੇ ਸੌਂਪ ਦਿੱਤਾ ਸੀ, ਸਰੈਂਡਰ ਕਰ ਦਿੱਤਾ ਸੀ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਦਰਜ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਆਪ ਹੁਕਮ ਦਾ ਹੀ ਰੂਪ ਹੋ ਚੁੱਕੇ ਸਨ। ਬੜੇ ਵਿਰਲਿਆਂ ਦੇ ਹਿੱਸੇ ਦੇ ਵਿੱਚ ਇਹ ਖੁਸ਼ੀ ਆਉਂਦੀ ਹੈ, ਹੈਣ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਭਾਈ ਵੀਰ ਸਿੰਘ ਜੀ ਦੇ ਮਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਅਜਿਹੀ ਭਾਵਨਾ ਸੀ ਕਿ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਸਮਝਦੇ ਸਨ। ਆਪ ਕਥਨੀ ਅਤੇ ਕਰਨੀ ਦੇ ਪੂਰੇ ਸਨ। ਆਪਣੇ ਨਿਵਾਸ ਤੇ ਰੋਜ਼ ਬੜੇ ਪਿਆਰ ਨਾਲ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਦੇ ਅਤੇ ਸੇਵਾ ਨਿਭਾਉਂਦੇ, ਜਾਗਤ ਜੋਤ ਨੂੰ ਮੰਨਦੇ ਹੋਏ ਕਿੰਨਾ ਸਮਾਂ ਉਹ ਸਿਮਰਨ ਦੀ ਪ੍ਰੀਤੀ ਦੇ ਵਿੱਚ ਲੱਗੇ ਰਹਿੰਦੇ ਸਨ। ਅਤੇ ਜਦੋਂ ਕੋਈ ਇਹ ਖੇਡ ਦੇ ਵਿੱਚ ਪੈ ਜਾਂਦਾ ਹੈ, ਜਿਸ ਬਾਰੇ ਕਿਹਾ ਗਿਆ ਹੈ, ਢਹਿ ਪਏ ਦੁਆਰਿਆ, ਕਿ ਅਸੀਂ ਹੁਣ ਤੇਰੇ ਦਰ ਦੇ ਉੱਤੇ ਢਹਿ ਪਏ ਹਾਂ, ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਹਨ, ਅਜਿਹਾ ਗਿਆਨ ਬਖਸ਼ਦੇ ਹਨ ਜਿਸ ਵਿੱਚ ਗੋਬਿੰਦ ਗੱਜਿਆ ਦਾ ਕੰਸੈਪਟ ਵਾਪਰ ਜਾਂਦਾ ਹੈ। ਉਸ ਜਗਿਆਸੂ ਨੂੰ, ਉਸ ਗੁਰਮੁਖ ਪਿਆਰੇ ਨੂੰ ਆਪਣਾ ਤਾਂ ਗਿਆਨ ਹੁੰਦਾ ਹੀ ਹੈ, ਉਹ ਹੋਰਨਾਂ ਦੇ ਜੀਵਨ ਬਾਰੇ ਵੀ ਪੂਰਨ ਤੌਰ ਤੇ ਜਾਣ ਲੈਂਦਾ ਹੈ, ਕਿਉਂਕਿ ਉਸ ਦੇ ਅੰਦਰ ਕੋਈ ਹੋਰ ਵਰਤਾਰਾ ਵਾਪਰਿਆ ਹੁੰਦਾ ਹੈ। ਇਹ ਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੈ। ਆਸਾਨੀ ਦੇ ਨਾਲ ਇਹਨਾਂ ਪੱਖਾਂ ਨੂੰ ਸਹਿਜ ਰੂਪ ਦੇ ਵਿੱਚ ਸਮਝਣਾ ਜਾਂ ਮੰਨਣਾ ਵੀ ਵਿਰਲਿਆਂ ਦੇ ਹਿੱਸੇ ਵਿੱਚ ਹੀ ਆਉਂਦਾ ਹੈ। ਅੱਜ ਦੇ ਪ੍ਰਸੰਗ ਦੇ ਵਿੱਚ ਅਸੀਂ ਇਸ ਪੱਖ ਨੂੰ ਜਾਣਾਂਗੇ ਕਿ ਭਾਈ ਵੀਰ ਸਿੰਘ ਜੀ ਦੀ ਦ੍ਰਿਸ਼ਟੀ ਕਿੱਡੀ ਵੱਡੀ ਸੀ। ਉਹ ਨਾ ਕੇਵਲ ਆਪਣੇ ਬਾਰੇ, ਬਲਕਿ ਆਪਣੇ ਨਾਲ ਜੁੜੇ ਹੋਏ ਸਤਸੰਗੀਆਂ ਜਗਿਆਸੂਆਂ ਦੇ ਬਾਰੇ ਵੀ ਪੂਰਨ ਤੌਰ ਤੇ ਜਾਣਦੇ ਸਨ। ਨਾ ਸਿਰਫ ਉਹਨਾਂ ਦੇ ਇਸ ਜੀਵਨ ਬਾਰੇ, ਬਲਕਿ ਪਿਛਲੇ ਜਨਮਾਂ ਬਾਰੇ ਵੀ ਆਪ ਕਿੰਨੇ ਜਾਣੂ ਸਨ, ਕਿੰਨੇ ਗਿਆਨਵਾਨ ਸਨ, ਕਿੰਨੇ ਅੰਤਰਮੁਖੀ ਸਨ, ਕਿੰਨੇ ਬ੍ਰਹਮ ਗਿਆਨੀ ਸਨ। ਅੱਜ ਦੇ ਪ੍ਰਸੰਗ ਤੋਂ ਸਾਨੂੰ ਇਸ ਗੱਲ ਦੀ ਸੋਝੀ ਹੋਵੇਗੀ ਕਿ ਗੁਰਮੁਖ ਪਿਆਰਾ ਕਿੰਨੀ ਵੱਡੀ ਅਵਸਥਾ ਦਾ ਮਾਲਕ ਹੁੰਦਾ ਹੈ। ਉਹ ਸਭ ਕੁਝ ਜਾਣਦਿਆਂ ਹੁੰਦਿਆਂ ਵੀ ਕਿੰਨੀ ਨਿਰਲੇਪ ਬਿਰਤੀ ਦੇ ਵਿੱਚ ਰਹਿੰਦਾ ਹੈ, ਕਿੰਨਾ ਆਪਣੇ ਆਪ ਨੂੰ ਛੁਪਾ ਕੇ ਰੱਖਦਾ ਹੈ। ਅੱਜ ਦਾ ਪ੍ਰਸੰਗ ਭਾਈ ਸਾਹਿਬ ਜੀ ਦੀ ਇੱਕ ਨਵੀਂ ਦ੍ਰਿਸ਼ਟੀ ਬਾਰੇ ਸਾਨੂੰ ਜਾਣੂ ਕਰਾਵੇਗਾ। ਬੀਬੀ ਪ੍ਰੇਮ ਬੰਬਈ ਦੇ ਵਿੱਚ ਰਹਿੰਦੀ ਸੀ। ਉਸ ਦੇ ਘਰ ਵਾਲੇ ਦਾ ਨਾਮ ਤਰਲੋਚਨ ਸੀ। ਉਹ ਬੜੇ ਅਮੀਰ ਸਨ। ਤਰਲੋਚਨ ਦੀ ਮਾਂ ਗੁਰਸਿੱਖੀ ਦੇ ਪਿਆਰ ਵਾਲੀ ਸੀ। ਘਰ ਵਿੱਚ ਰੋਜ਼ ਬਾਬਾ ਜੀ ਦਾ ਪ੍ਰਕਾਸ਼ ਕਰਦੀ ਸੀ। ਪੁੱਤਰ ਦਾ ਵਿਆਹ ਕੀਤਾ। ਜਦੋਂ ਡੋਲੀ ਘਰ ਆਈ ਤਾਂ ਚਾਈਂ ਜੋੜੀ ਨੂੰ ਬਾਬਾ ਜੀ ਦੇ ਕਮਰੇ ਦੇ ਵਿੱਚ ਲੈ ਗਈ। ਕੜਾਹ ਪ੍ਰਸ਼ਾਦ ਤਿਆਰ ਸੀ। ਤਰਲੋਚਨ ਦੀ ਮਾਂ ਨੇ ਸਿਦਕ ਨਾਲ ਅਰਦਾਸ ਕੀਤੀ। ਨੂੰਹ ਪ੍ਰੇਮ ਨੇ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿੱਤਾ। ਸੱਸ ਨੇ ਪਿਆਰ ਨਾਲ ਕਿਹਾ
ਕਿ ਬੇਟਾ ਪ੍ਰਸ਼ਾਦ ਲੈਣ ਤੋਂ ਨਾ ਨਹੀਂ ਕਰੀਦੀ। ਉਸਨੇ ਪ੍ਰਸ਼ਾਦ ਤਾਂ ਲੈ ਲਿਆ, ਪਰ ਅੱਖ ਬਚਾ ਕੇ ਦਰਵਾਜ਼ੇ ਦੇ ਪਿੱਛੇ ਸੁੱਟ ਦਿੱਤਾ। ਜਦੋਂ ਸੱਸ ਨੂੰ ਇਹ ਪਤਾ ਲੱਗਾ ਤਾਂ ਉਹ ਬੇਹੋਸ਼ ਹੋ ਗਈ। ਪ੍ਰੇਮ ਤੇ ਤਰਲੋਚਨ ਦਾ ਜੀਵਨ ਬੜਾ ਮਾਡਰਨ ਸੀ। ਕਲੱਬਾਂ ਵਿੱਚ ਜਾਣਾ, ਡਾਂਸ ਕਰਨੇ, ਸਵੀਮਿੰਗ ਕਰਨੀ, ਇੱਕ ਦਿਨ ਵਿੱਚ ਕਈ ਵਾਰ ਸਾੜੀਆਂ ਬਦਲਣੀਆਂ। ਦੰਪਤੀ ਦਾ ਜੀਵਨ ਇਸ ਤਰ੍ਹਾਂ ਦੁਨਿਆਵੀ ਐਸ਼ ਵਿੱਚ ਗੁਜ਼ਰਦਾ ਰਿਹਾ, ਸਿਵਾਏ ਐਸ਼ ਦੇ ਪਤਾ ਹੀ ਨਹੀਂ ਕਿ ਹੋਰ ਕੋਈ ਵੀ ਦੁਨੀਆ ਹੈ। ਪ੍ਰੇਮ ਦੀ ਸੱਸ ਇਸੇ ਦੁੱਖ ਵਿੱਚ ਗੁਰਪੁਰੀ ਸਿਧਾਰ ਗਈ। ਉਸ ਤੋਂ ਬਾਅਦ ਪ੍ਰੇਮ ਕਹੇ ਕਿ ਬਾਬਾ ਜੀ ਨੂੰ, ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਕੌਣ ਸੰਭਾਲੇ। ਘਰ ਵਾਲੇ ਦੀ ਸਲਾਹ ਨਾਲ ਬਾਬਾ ਜੀ ਦੀ ਬੀੜ ਉਸਨੇ ਆਪਣੀ ਨਨਾਣ ਦੇ ਘਰ ਭੇਜ ਦਿੱਤੀ। ਸਮਾਂ ਗੁਜ਼ਰਿਆ। ਇੱਕ ਵਾਰੀ ਭਾਈ ਸਾਹਿਬ ਬੰਬਈ ਪੁੱਜੇ ਹੋਏ ਸਨ। ਪ੍ਰੇਮ ਦੀ ਕੋਈ ਸਹੇਲੀ ਉਸਨੂੰ ਊਸ਼ਾ ਕਿਰਨ ਭਾਈ ਢੇਡਾ ਰਾਮ ਜੀ ਦੇ ਘਰ ਲੈ ਗਈ, ਜਿੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਠਹਿਰੇ ਹੋਏ ਸਨ। ਸ਼ਾਮੀ ਜਦੋਂ ਸਾਰੀ ਸੰਗਤ ਜਾਂਦੀ ਸੀ, ਉੱਥੇ ਕੀਰਤਨ ਹੁੰਦਾ ਸੀ। ਪ੍ਰੇਮ ਦੇ ਉੱਪਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਦਰਸ਼ਨਾਂ ਦਾ ਬੜਾ ਪ੍ਰਭਾਵ ਪਿਆ। ਇਸ ਦੇ ਅੰਦਰ ਇੱਕ ਖਿੱਚ ਪੈਦਾ ਹੋ ਗਈ। 2-3 ਦਿਨ ਆਪਣੇ ਆਪ ਸੰਗਤ ਦੇ ਵਿੱਚ ਜਾਂਦੀ ਰਹੀ। ਜਦੋਂ ਸਮਾਪਤੀ ਹੁੰਦੀ, ਭਾਈ ਸਾਹਿਬ ਆਪਣੇ ਕਮਰੇ ਵਿੱਚ ਚਲੇ ਜਾਂਦੇ ਸਨ। ਹੁਕਮ ਤੋਂ ਬਿਨਾਂ ਕੋਈ ਵੀ ਉਹਨਾਂ ਦੇ ਕਮਰੇ ਦੇ ਵਿੱਚ ਨਹੀਂ ਆ ਸਕਦਾ ਸੀ। ਗੁਰਬਾਣੀ ਦੇ ਵਿੱਚ ਦੱਸਿਆ ਹੈ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਇੱਕ ਦਿਨ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੀਰਤਨ ਤੋਂ ਪਿੱਛੋਂ ਆਪਣੇ ਕਮਰੇ ਦੇ ਵਿੱਚ ਗਏ ਤਾਂ ਪ੍ਰੇਮ ਬਿਨਾਂ ਪੁੱਛੇ ਉਹਨਾਂ ਦੇ ਕਮਰੇ ਦੇ ਵਿੱਚ ਚਲੀ ਗਈ। ਭਾਈ ਸਾਹਿਬ ਨੇ ਉਸ ਨੂੰ ਪੁੱਛਿਆ ਕਿ ਬੀਬੀ ਤੁਸੀਂ ਕਿਸ ਤਰ੍ਹਾਂ ਆਏ ਹੋ, ਕੁਝ ਪੁੱਛਣਾ ਹੈ? ਪ੍ਰੇਮ ਨੇ ਕਿਹਾ, ਭਾਈ ਸਾਹਿਬ ਜੀ ਆਪਣੀ ਪਛਾਣ ਕਰਾਉਣ ਆਈ ਹਾਂ। ਭਾਈ ਸਾਹਿਬ ਨੇ ਕਿਹਾ ਕਿ ਤੁਸੀਂ ਜਾਣ ਪਛਾਣ ਕੀ ਕਰਾਉਣੀ ਹੈ, ਅਸੀਂ ਆਪ ਦੇ ਪਿਛਲੇ ਜਨਮ ਦੇ ਵਾਕਫ ਹਾਂ। ਪਿਛਲਾ ਜਨਮ ਆਪ ਦਾ ਫਲਾਣੀ ਥਾਂ 'ਤੇ ਫਲਾਣੇ ਘਰ ਹੋਇਆ ਸੀ। ਹੁਣ ਤੁਸੀਂ ਛੇਤੀ ਜਨਮ ਲੈ ਲਿਆ ਹੈ। ਹੁਣ ਤੁਸੀਂ ਅੰਮ੍ਰਿਤਸਰ ਦੀ ਲੂਣ ਮੰਡੀ, ਫਲਾਣੀ ਗਲੀ ਤੇ ਫਲਾਣੇ ਸੱਜਣ ਦੇ ਘਰ ਜਨਮ ਲਿਆ ਹੈ। ਇਹ ਸੁਣ ਕੇ ਪ੍ਰੇਮ ਹੈਰਾਨ ਹੋ ਗਈ, ਕੁਝ ਘਬਰਾਈ ਅਤੇ ਭਾਈ ਵੀਰ ਸਿੰਘ ਜੀ ਦੇ ਚਰਨਾਂ ਉੱਪਰ ਡਿੱਗ ਪਈ। ਭਾਈ ਸਾਹਿਬ ਨੇ ਪਿਆਰ ਕੀਤਾ, ਥਾਪੜਾ ਦਿੱਤਾ। ਉਸ ਨੂੰ ਫਕੀਰ ਦੀ ਛੋਹ ਮਿਲੀ, ਜੀਵਨ ਬਦਲ ਗਿਆ, ਨਾਮ ਦੀ ਦਾਤ ਪ੍ਰਾਪਤ ਹੋ ਗਈ। ਬਾਅਦ ਵਿੱਚ ਉਸ ਦਾ ਪਤੀ ਵੀ ਭਾਈ ਸਾਹਿਬ ਦੇ ਪਾਸ ਆਇਆ। ਦੋਵੇਂ ਸਤਸੰਗੀ ਹੋ ਗਏ ਅਤੇ ਲੱਗੇ ਗੁਰੂ ਗੁਰੂ ਜਪਣ। ਪਤਨੀ ਪਤੀ ਨੂੰ ਕਹੇ ਕਿ ਭਾਈ ਸਾਹਿਬ ਨੂੰ ਘਰ ਵਿੱਚ ਸੱਦਣਾ ਹੈ। ਉਹ ਵਿਚਾਰ ਕਰਨ ਕਿ ਜਦ ਤੱਕ ਬਾਬਾ ਜੀ ਦਾ ਘਰ ਪ੍ਰਕਾਸ਼ ਨਾ ਹੋਵੇ, ਕਿਵੇਂ ਉਹਨਾਂ ਨੂੰ ਬੁਲਾਇਆ ਜਾਵੇ। ਕਮਰਾ ਤਿਆਰ ਕਰਵਾਇਆ ਗਿਆ ਅਤੇ ਬਾਬਾ ਜੀ ਦਾ ਪ੍ਰਕਾਸ਼ ਕੀਤਾ ਗਿਆ। ਬੇਨਤੀ ਕਰਕੇ ਭਾਈ ਸਾਹਿਬ ਨੂੰ ਚਾਹ ਪਰ ਸੱਦਿਆ। ਭਾਈ ਸਾਹਿਬ ਆਏ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਦਾ ਕਮਰਾ ਕਿਹੜਾ ਹੈ। ਭਾਈ ਸਾਹਿਬ ਨੇ ਬਾਬਾ ਜੀ ਦੇ ਦਰਸ਼ਨ ਕੀਤੇ, ਕੁਝ ਛਕਿਆ ਅਤੇ ਦੰਪਤੀ ਨੂੰ ਅਸੀਸਾਂ ਦਿੱਤੀਆਂ। ਭਾਈ ਵੀਰ ਸਿੰਘ ਜੀ ਦੀ ਇਸ ਦੰਪਤੀ ਦੇ ਉੱਤੇ ਬੜੀ ਹੀ ਬਖਸ਼ਿਸ਼ ਹੋਈ, ਬੜੀ ਰਹਿਮਤ ਹੋਈ, ਬੜੀ ਹੀ ਜ਼ਿਆਦਾ ਉਹਨਾਂ ਨੇ ਅਸੀਸ ਇਸ ਦੰਪਤੀ ਨੂੰ ਦਿੱਤੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਪ੍ਰਸੰਗ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਗੁਰਮੁਖ ਪਿਆਰਿਆਂ ਦੀ ਅਵਸਥਾ ਕਿੰਨੀ ਉੱਚੀ ਸੁੱਚੀ ਹੁੰਦੀ ਹੈ। ਜੇ ਉਹਨਾਂ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਤਾਂ ਉਹ ਬ੍ਰਹਮ ਦਾ ਗਿਆਨ ਵੀ ਰੱਖਦੇ ਹਨ। ਜੇ ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ ਹੈ ਤਾਂ ਉਹਨਾਂ ਦਾ ਮੁੱਖ ਸੱਚ ਦੇ ਵਿੱਚ ਹੀ ਗੁਰੂ ਦੇ ਵਾਲੇ ਪਾਸੇ ਹੁੰਦਾ ਹੈ। ਜੇ ਉਹਨਾਂ ਨੂੰ ਸਾਧ ਕਿਹਾ ਜਾਂਦਾ ਹੈ ਤਾਂ ਉਹਨਾਂ ਨੇ ਪੂਰੀ ਤਰ੍ਹਾਂ ਆਪਣੇ ਮਨ ਨੂੰ ਸਾਧਿਆ ਹੁੰਦਾ ਹੈ। ਸੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਹਨਾਂ ਸਾਰਿਆਂ ਪੱਖਾਂ ਵਿੱਚ ਸੰਪੂਰਨ ਸਨ,
ਕਿਉਂਕਿ ਗੁਰੂ ਪਾਤਸ਼ਾਹ ਜੀ ਦੀ ਆਪ ਦੇ ਉੱਪਰ ਅਸੀਮ ਬਖਸ਼ਿਸ਼ ਸੀ। ਅਜਿਹੇ ਗੁਰਮੁਖ ਪਿਆਰੇ ਦੀ ਜਿਸ ਕਿਸੇ ਵੀ ਭਾਗਾਂ ਵਾਲੇ ਨੂੰ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਸ ਦਾ ਜੀਵਨ ਵੀ ਖਿੜ ਜਾਂਦਾ ਹੈ। ਉਸ ਦੇ ਜੀਵਨ ਦੇ ਵਿੱਚੋਂ ਵੀ ਨਾਮੀ ਮਹਿਕ ਆਉਂਦੀ ਹੈ। ਜਿਸ ਤਰ੍ਹਾਂ ਕਿ ਬੀਬੀ ਪ੍ਰੇਮ ਜੀ ਅਤੇ ਉਹਨਾਂ ਦੇ ਘਰ ਦੇ ਵਿੱਚ ਇਹ ਨਾਮੀ ਮਹਿਕ ਆਈ। ਉਹਨਾਂ ਦੇ ਮਨ ਦੇ ਵਿੱਚ ਵੀ ਇਹ ਸੰਗਤ ਕਰਕੇ ਗੁਰੂ ਪਾਤਸ਼ਾਹ ਜੀ ਦੀ ਅਸੀਸ ਲੈਣ ਦਾ ਚਾਅ ਪੈਦਾ ਹੋਇਆ। ਅਤੇ ਗੁਰਮੁਖ ਪਿਆਰਾ ਜਦੋਂ ਤਰੁੱਠਦਾ ਹੈ ਤਾਂ ਉਹ ਜੀਵ ਨੂੰ, ਜਗਿਆਸੂ ਨੂੰ ਨਾਮ ਬਾਣੀ ਦੇ ਨਾਲ ਜੋੜ ਦਿੰਦਾ ਹੈ। ਭਾਵੇਂ ਕਿ ਬੀਬੀ ਪ੍ਰੇਮ ਅਤੇ ਉਸ ਦੇ ਘਰ ਵਾਲੇ ਦਾ ਜੀਵਨ ਬੜਾ ਹੀ ਵਿਸ਼ਈ ਸੀ, ਬਹੁਤ ਹੀ ਜ਼ਿਆਦਾ ਤਾਮਸੀ ਬਿਰਤੀ ਸੀ, ਪਰੰਤੂ ਜਦੋਂ ਕਿਸੇ ਗੁਰਮੁਖ ਪਿਆਰੇ ਦੀ ਸੰਗਤ ਹੋਈ ਤਾਂ ਉਹਨਾਂ ਦਾ ਜੀਵਨ ਇਸ ਤਰ੍ਹਾਂ ਬਣ ਗਿਆ ਜਿਸ ਦੇ ਵਿੱਚ ਪ੍ਰੇਮ ਹੈ, ਨਿਸ਼ਠਾ ਹੈ, ਭਾਵਨਾ ਹੈ। ਅਤੇ ਜਦੋਂ ਅਜਿਹੀ ਭਾਵਨਾ ਪੈਦਾ ਹੋ ਜਾਂਦੀ ਹੈ ਤਾਂ ਸਾਡੇ ਜਿਹੜੇ ਪੁਰਾਣੇ ਮੰਦੇ ਕਰਮ ਹਨ ਉਹ ਸੜ ਜਾਂਦੇ ਹਨ। ਜਿਸ ਤਰ੍ਹਾਂ ਕਰੋੜਾਂ ਮਣ ਰੂੰ ਦੇ ਲਈ ਇੱਕ ਮਾਚਿਸ ਦੀ ਤੀਲੀ ਕਾਫੀ ਹੈ, ਉਸੇ ਤਰ੍ਹਾਂ ਹਜ਼ਾਰਾਂ ਕਰੋੜਾਂ ਐਬਾਂ ਦੇ ਲਈ ਗੁਰਮੁਖ ਪਿਆਰੇ ਦੀ ਇੱਕ ਸੰਗਤ ਹੀ ਕਾਫੀ ਹੈ, ਨਾਮ ਦੀ ਇੱਕ ਛੋਹ ਹੀ ਕਾਫੀ ਹੈ। ਅਤੇ ਜਿਸ ਨੂੰ ਇਹ ਨਾਮ ਪ੍ਰਾਪਤ ਹੋ ਜਾਂਦਾ ਹੈ, ਉਹਨਾਂ ਦੀ ਮਹਿਮਾ ਬਾਰੇ ਕੁਝ ਵੀ ਕਿਹਾ ਹੀ ਨਹੀਂ ਜਾ ਸਕਦਾ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਅਸੀਂ ਵੀ ਯਤਨ ਕਰੀਏ ਗੁਰਸਿੱਖ ਪਿਆਰਿਆਂ ਦੀ ਸੰਗਤ ਕਰਨ ਦਾ। ਅਸੀਂ ਵੀ ਯਤਨ ਕਰੀਏ ਨਾਮ ਬਾਣੀ ਦੇ ਨਾਲ ਜੁੜਨ ਦਾ। ਅਸੀਂ ਵੀ ਯਤਨ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਦੇ ਤੌਰ 'ਤੇ ਜਾਣਨ ਦਾ। ਸਤਿਗੁਰੂ ਜੀ ਰਹਿਮਤ ਕਰਨ, ਸਾਡੇ ਹਿਰਦੇ ਵਿੱਚ ਵੀ ਉਹ ਖੇੜਾ ਆਵੇ, ਨਾਮ ਬਾਣੀ ਦਾ ਪ੍ਰਕਾਸ਼ ਹੋ ਜਾਵੇ। ਅਸੀਂ ਵੀ ਉਸ ਨਾਮ ਦੇ ਵਿੱਚ ਅਭੇਦ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀਓ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।